हेलो एवरीवन, सत श्री अकाल साਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਲਿਟਰੇਚਰ ਬੁੱਕ ਸਪਲੀਮੈਂਟਰੀ ਰੀਡਰ ਤੇ ਉਹਦਾ ਦੂਜਾ ਚੈਪਟਰ ਹਾਫ ਅ ਰੁਪੀ ਵਰਥ। ਅੱਜ ਡਿਸਕਸ ਕਰਾਂਗੇ ਆਪਾਂ ਇਸ ਚੈਪਟਰ ਦੇ ਵਿੱਚ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਤਾਂ ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ, How did Subhay manage to get rice during the drought? ਜਦੋਂ ਸੁੱਕਾ ਹੁੰਦਾ ਸੀ ਤਾਂ ਉਸ ਸਮੇਂ ਜਾਂ ਉਸ ਦੌਰਾਨ ਸੁਬਹ ਚੌਲ ਕਿਵੇਂ ਇਕੱਠੇ ਕਰ ਲੈਂਦਾ ਸੀ? ਇੱਥੇ ਮੈਂ ਆਨਸਰ ਲਿਖਿਆ during the drought when paddy did not come up. paddy ਦਾ ਮਤਲਬ ਚੌਲ। ਜਦੋਂ ਸੁੱਕਾ ਪੈਂਦਾ ਸੀ ਜਾਂ ਸੁੱਕੇ ਦੌਰਾਨ ਜਦ ਚੌਲ ਨਹੀਂ ਮਿਲਦੇ ਸੀ, the rice mills were inactive ਤੇ ਨਾਲ ਦੀ ਨਾਲ ਚੌਲ ਦੀ ਜਿਹੜੀ ਮਿਲ ਹੁੰਦੀ ਹੈ ਉਹ ਵੀ ਬੰਦ ਹੋ ਜਾਂਦੀ ਸੀ and people starved ਤੇ ਜਿਹੜੇ ਲੋਕ ਹੈਗੇ ਨੇ ਉਹ ਭੁੱਖੇ ਮਰਦੇ ਸੀ। ਸੁਬਹ thoroughly searched the countryside and bought whatever rice he could to sell it later at a very high price. ਉਸ ਦੌਰਾਨ ਸੁਬਹ ਚੰਗੀ ਤਰ੍ਹਾਂ ਪਿੰਡ ਦੇ ਵਿੱਚ ਜਾ ਕੇ ਖੋਜ ਕਰਕੇ ਜੋ ਵੀ ਚਾਵਲ ਉਹਨੂੰ ਮਿਲਦੇ ਸੀ ਉਹ ਖਰੀਦ ਲੈਂਦਾ ਸੀ ਤਾਂ ਕਿ ਉਹ ਬਾਅਦ ਵਿੱਚ ਜ਼ਿਆਦਾ ਕੀਮਤ ਦੇ ਵਿੱਚ ਉਹਨੂੰ ਵੇਚ ਸਕੇ। ਦੂਜਾ ਸਵਾਲ, those were the days when ਸੁਬਹ loathed the rice bags. ਲੋਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਨਫ਼ਰਤ ਕਰਨਾ। which were those days? ਕਿਹੜੇ ਦਿਨ ਸੀ ਜਦ ਉਹਨੂੰ ਰਾਈਸ ਦੇ ਚੌਲ ਦੇ ਜਿਹੜੇ ਬੈਗ ਹੈਗੇ ਨੇ ਉਹ ਪਸੰਦ ਨਹੀਂ ਆਉਂਦੇ ਸੀ? why did he dislike the rice then? ਤੇ ਉਸ ਵੇਲੇ ਉਹਨੂੰ ਚੌਲ ਪਸੰਦ ਕਿਉਂ ਨਹੀਂ ਸੀ? Subhay loathed the rice bags in those days when he worked as an unpaid apprentice. ਉਹਨਾਂ ਦਿਨਾਂ ਵਿੱਚ ਜਦੋਂ ਉਹ ਬਿਨਾਂ ਤਨਖਾਹ ਵਾਲੇ ਇੱਕ ਮੁਲਾਜ਼ਮ ਦਾ ਕੰਮ ਕਰ ਰਿਹਾ ਹੁੰਦਾ ਸੀ, ਉਸ ਸਮੇਂ ਸੁਬਹ ਨੂੰ ਚੌਲ ਬਹੁਤ ਬੁਰੇ ਲੱਗਦੇ ਸੀ। He disliked the rice then because like other boys, ਇੱਥੇ ਆਏਗਾ of his age, ਉਸ ਵੇਲੇ ਉਹਨੂੰ ਚੌਲ ਇਸ ਕਰਕੇ ਮਾੜੇ ਲੱਗਦੇ ਸੀ ਕਿਉਂਕਿ ਉਹਦੀ ਉਮਰ ਦੇ ਜਿਵੇਂ ਬਾਕੀ ਦੇ ਮੁੰਡੇ ਜਿਹੜੇ ਹੈਗੇ ਨੇ, he longed for the crowded streets. ਉਹ ਜਦ ਜਾ ਕੇ ਖੇਡਦੇ ਸੀ ਉਹਨੂੰ ਵੀ ਲੱਗਦਾ ਸੀ ਵੀ ਮੇਰੀ ਵੀ ਖੇਡਣ ਦੀ ਉਮਰ ਹੈ। ਸਿਨੇਮਾ ਜਾਂਦੇ ਸੀ, ਫੁੱਟਬਾਲ ਮੈਚਸ ਖੇਡਦੇ ਸੀ, ਰੈਸਲਿੰਗ ਟੂਰਨਾਮੈਂਟ ਕਰਦੇ ਸੀ, ਕੁਸ਼ਤੀ ਦੇ ਟੂਰਨਾਮੈਂਟ ਕਰਦੇ ਸੀ। but his father would not let him leave the shop. ਉਸ ਦੌਰਾਨ ਉਸਦੇ ਪਿਤਾ ਜੀ ਉਸਨੂੰ ਦੁਕਾਨ ਤੋਂ ਬਾਹਰ ਨਹੀਂ ਜਾਣ ਦਿੰਦੇ ਸੀ, ਇਸੇ ਕਰਕੇ ਉਹਨੂੰ ਥੋੜੀ ਨਫ਼ਰਤ ਜੀ ਹੋ ਗਈ ਸੀ ਚੌਲਾਂ ਨਾਲ। ਤੀਜਾ ਸਵਾਲ, ਰਾਈਸ ਵਾਸ ਇਨ ਹਿਸ ਬਲੱਡ ਮੀਨਸ ਚੌਲ ਉਹਦੇ ਖੂਨ ਵਿੱਚ ਸੀ, ਇਹਦਾ ਮਤਲਬ ਕੀ ਹੈ? ਹੀ ਏਟ ਨਥਿੰਗ ਬਟ ਰਾਈਸ, ਵੀ ਉਹ ਚੌਲਾਂ ਤੋਂ ਇਲਾਵਾ ਕੁਝ ਨਹੀਂ ਖਾਂਦਾ ਸੀ। he liked the smell of rice, ਉਹਨੂੰ ਚੌਲਾਂ ਦੀ ਖੁਸ਼ਬੂ ਪਸੰਦ ਸੀ। ਜਾਂ he knew all about rice, ਉਹਨੂੰ ਚੌਲਾਂ ਬਾਰੇ ਸਭ ਕੁਝ ਪਤਾ ਸੀ, ਉਹ ਸਭ ਜਾਣਦਾ ਸੀ। ਉਹਦਾ ਆਨਸਰ ਇਹ ਹੈ। ਚੌਥਾ, how did Subhay's profits increase during the war? ਲੜਾਈ ਵੇਲੇ, ਲੜਾਈ ਦੌਰਾਨ ਸੁਬਹ ਦੇ ਜਿਹੜੇ ਮੁਨਾਫੇ ਸੀ ਉਹ ਕਿਵੇਂ ਵੱਧ ਗਏ ਸੀ? did he follow the rules laid by the government? ਕਿ ਉਹ ਸਰਕਾਰ ਦੁਆਰਾ ਲਾਏ ਗਈ ਜਿਹੜੀ ਪਾਬੰਦੀਆਂ ਸੀ ਉਹਨਾਂ ਦਾ ਪਾਲਨ, ਨਿਯਮਾਂ ਦਾ ਪਾਲਨ ਕਰਦਾ ਸੀ? how did he tackle the officers? ਤੇ ਉਹ ਅਫਸਰਾਂ ਨੂੰ ਕਿਵੇਂ ਮਨਾਉਂਦਾ ਸੀ, ਕਿਵੇਂ ਹੈਂਡਲ ਕਰਦਾ ਸੀ? ਇਹਦਾ ਆਨਸਰ ਇਹ ਲਿਖਿਆ ਹੈ, Subhay's profits increased during the war because the scarcity of rice raised the worth of the stock he had. ਯੁੱਧ ਦੌਰਾਨ ਉਹਨਾਂ ਦਾ ਜਿਹੜਾ ਮੁਨਾਫਾ ਹੈ ਉਹ ਇਸ ਕਰਕੇ ਵੱਧ ਗਿਆ ਸੀ ਕਿਉਂਕਿ ਚੌਲਾਂ ਦੀ ਘਾਟ ਹੋਣ ਕਾਰਨ ਉਹਦੇ ਕੋਲ ਜਿਹੜੇ ਚੌਲ ਪਏ ਸੀ, ਇਕੱਠਾ ਹੋਇਆ ਪਿਆ ਸਮਾਨ ਸੀ ਚੌਲਾਂ ਦਾ, ਉਹਦੀ ਜਿਹੜੀ ਕੀਮਤ ਸੀ ਉਹ ਵੱਧ ਗਈ ਸੀ ਕਿਉਂਕਿ ਮਾਰਕੀਟ ਵਿੱਚ ਚੌਲ ਨਹੀਂ ਸੀ। people flocked to his shop day and night and he made huge profits. ਤੇ ਉਸਦੀ ਦੁਕਾਨ ਅੱਗੇ ਜਿਵੇਂ ਭੇਡਾਂ ਇਕੱਠੇ ਝੁੰਡ ਵਿੱਚ ਨਹੀਂ ਆਉਂਦੀਆਂ, ਉਵੇਂ ਹੀ ਲੋਕ ਉਹਦੀ ਦੁਕਾਨ ਦੇ ਅੱਗੇ ਝੁੰਡ ਬਣਾ ਕੇ ਖੜੇ ਰਹਿੰਦੇ ਸੀ ਸਵੇਰੇ ਸ਼ਾਮ ਤੇ ਉਹਨੂੰ ਬਹੁਤ ਮੁਨਾਫਾ ਹੁੰਦਾ ਸੀ। No, he did not follow the rules laid by the government. ਤੇ ਨਹੀਂ, ਉਹ ਕਿਸੇ ਨਿਯਮ ਦਾ ਪਾਲਨ ਨਹੀਂ ਕਰਦਾ ਸੀ, ਖਾਸ ਤੌਰ ਤੇ ਉਹ ਨਿਯਮ ਜਿਹੜੇ ਸਰਕਾਰ ਨੇ ਉਸ ਦੌਰਾਨ ਬਣਾਏ ਸੀ। He tackled the officers by keeping his paperwork perfect and bribing them. ਫਿਰ ਉਹ ਅਫਸਰਾਂ ਨੂੰ ਕਿਵੇਂ ਹੈਂਡਲ ਕਰਦਾ ਸੀ? ਉਹ ਆਪਣੀ ਕਾਗਜ਼ੀ ਕੰਮ ਜਿਹੜੇ ਹੈਗੇ ਨੇ ਉਹ ਸਹੀ ਤਰੀਕੇ ਨਾਲ ਰੱਖਦਾ ਸੀ ਤੇ ਨਾਲ ਦੀ ਨਾਲ ਉਹਨਾਂ ਨੂੰ ਰਿਸ਼ਵਤ ਵੀ ਦੇ ਦਿੰਦਾ ਸੀ। ਇਸ ਤਰੀਕੇ ਨਾਲ ਉਹ ਅਫਸਰਾਂ ਨਾਲ ਨਜਿੱਠਦਾ ਸੀ। ਅਗਲਾ ਪੰਜਵਾਂ ਸਵਾਲ,
Besides selling rice, what else did Subhay do to earn more? ਚੌਲ ਵੇਚਣ ਤੋਂ ਇਲਾਵਾ ਸੁਬੇ ਜ਼ਿਆਦਾ ਪੈਸਾ ਕਮਾਉਣ ਦੇ ਲਈ ਹੋਰ ਕੀ ਕਰਦਾ ਸੀ? ਇਹਦਾ ਆਨਸਰ ਮੈਂ ਲਿਖਿਆ ਹੈ besides selling rice, ਚੌਲ ਵੇਚਣ ਤੋਂ ਇਲਾਵਾ ਸੁਬੇ lent money at exorbitant interest rates, ਸੁਬੇ ਜ਼ਿਆਦਾ ਵਿਆਜ ਦਰਾਂ ਤੇ ਪੈਸੇ ਉਧਾਰ ਦਿੰਦਾ ਸੀ। and if people defaulted on the payment, ਤੇ ਜੇਕਰ ਲੋਕ ਉਹ ਜਿਹੜੇ ਅਮਾਉਂਟ ਲੈ ਕੇ ਗਏ ਸੀ, ਪੈਸੇ ਲੈ ਕੇ ਗਏ ਸੀ, ਉਹ ਵਾਪਸ ਨਹੀਂ ਦੇ ਸਕਦੇ ਹੁੰਦੇ ਸੀ ਟਾਈਮ ਤੇ, he acquired their houses, ਉਹ ਉਹਨਾਂ ਦੇ ਜਿਹੜੇ ਘਰ ਹੈਗੇ ਨੇ ਉਹ ਹਾਸਲ ਕਰ ਲੈਂਦਾ ਸੀ। this venture added tremendously to his riches, ਤੇ ਇਹ ਜਿਹੜਾ ਕਦਮ ਉਹਨੇ ਚੱਕਿਆ ਸੀ ਵਿਆਜ ਤੇ ਪੈਸੇ ਦੇਣ ਦਾ, ਇਹਨੇ ਉਹਦੀ ਦੌਲਤ ਦੇ ਵਿੱਚ ਬਹੁਤ ਵਾਧਾ ਕੀਤਾ, ਉਹਨੂੰ ਹੋਰ ਅਮੀਰ ਬਣਾਤਾ। 6ਵਾਂ ਸਵਾਲ, who came to buy rice one evening when Subhay was about to go home? ਇੱਕ ਸ਼ਾਮ ਜਦ ਸੁਬਹ ਆਪਣੇ ਘਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਦੇ ਕੋਲ ਚੌਲ ਲੈਣ ਲਈ ਕੌਣ ਆਇਆ ਸੀ? Did he give rice to him, ਕਿ ਉਹਨੇ ਉਹਨੂੰ ਚੌਲ ਦਿੱਤੇ ਸੀ? What did he say, ਉਹਨੇ ਉਹਨੂੰ ਕੀ ਕਿਹਾ ਸੀ? ਇੱਥੇ ਲਿਖਿਆ ਹੈ a poor person came to buy rice one evening when Subhay was about to go home. ਇੱਕ ਗਰੀਬ ਵਿਅਕਤੀ ਚੌਲ ਖਰੀਦਣ ਆਇਆ ਸ਼ਾਮ ਵੇਲੇ ਜਦੋਂ ਸੁਬਹ ਦੁਕਾਨ ਬੰਦ ਕਰਕੇ ਆਪਣੇ ਘਰ ਜਾਣ ਲਈ ਤਿਆਰ ਹੋ ਰਿਹਾ ਸੀ, ਮਤਲਬ ਬੰਦ ਕਰ ਰਿਹਾ ਸੀ ਦੁਕਾਨ। Initially Subhay flatly refused, saying he was busy and had no time. ਸ਼ੁਰੂਆਤ ਦੇ ਵਿੱਚ ਸੁਬਹ ਨੇ ਸਾਫ਼ ਇਨਕਾਰ ਕਰਤਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਕਿੱਥੇ ਹੋਰ ਰੁੱਝਿਆ ਹੋਇਆ। Later he agreed to give only half of seer for a half rupee, ਵੀ ਅੱਧੇ ਰੁਪਏ ਦੇ ਵਿੱਚ ਇੰਨੇ ਜੇ ਚੌਲ, ਅੱਧਾ ਸੀਰ ਚੌਲ ਜਿਹੜੇ ਹੈਗੇ ਨੇ ਉਹ ਲੈ ਲਏ। ਅਗਲਾ ਸਵਾਲ 7ਵਾਂ, how much rice did Subhay agree to sell to him and for how much? ਸੁਬਹ ਨੇ ਕਿੰਨੇ ਚੌਲ ਦੇਣ ਦੇ ਲਈ ਰਾਜੀ ਹੋਇਆ ਤੇ ਕਿੰਨੇ ਵਿੱਚ? Subhay agreed to sell half a seer for half a rupee, ਇੰਨੇ ਚੌਲ ਅੱਧੇ ਰੁਪਏ ਵਿੱਚ। 8ਵਾਂ ਸਵਾਲ, why did Subhay ask the man to wait? ਸੁਬਹ ਨੇ ਉਸ ਬੰਦੇ ਨੂੰ ਕਿਉਂ ਕਿਹਾ ਵੀ ਥੋੜਾ ਇੰਤਜ਼ਾਰ ਕਰੋ? What reasons did he give him? ਤੇ ਉਹਨੇ ਉਹਨੂੰ ਕੀ ਕਾਰਨ ਦਿੱਤੇ ਵੀ ਤੁਸੀਂ ਰੁਕ ਜਾਓ ਇੱਥੇ? Subhay asked the man not to follow him but to wait because he thought the man might come to know about his secret godown. ਸੁਬਹ ਨੇ ਉਸ ਆਦਮੀ ਨੂੰ ਕਿਹਾ ਕਿ ਉਹਦਾ ਪਿੱਛਾ ਨਾ ਕਰੇ ਤੇ ਇੱਥੇ ਹੀ ਦੁਕਾਨ ਤੇ ਹੀ ਰਹਿ ਕੇ ਉਹਦੀ ਉਡੀਕ ਕਰੇ, ਕਿਉਂਕਿ ਸੁਬਹ ਨੇ ਇਹ ਸੋਚਿਆ ਕਿ ਸ਼ਾਇਦ ਜੇ ਆਦਮੀ ਉਹਦੇ ਪਿੱਛੇ ਪਿੱਛੇ ਆਇਆ ਤਾਂ ਉਹਦੇ ਗੁਪਤ ਗੋਦਾਮ ਬਾਰੇ ਉਹਨੂੰ ਪਤਾ ਲੱਗ ਜਾਊਗਾ ਜਿੱਥੇ ਉਹਨੇ ਚੌਲ ਸਾਰੇ ਇਕੱਠੇ ਕੀਤੇ ਹੋਏ ਨੇ। He pretended to go to get the rice from another man, ਤੇ ਉਹਨੇ ਐਕਟਿੰਗ ਕੀਤੀ ਵੀ ਮੈਂ ਕਿਸੇ ਹੋਰ ਆਦਮੀ ਤੋਂ ਜਾ ਕੇ ਚੌਲ ਫੜ ਕੇ ਲੈ ਕੇ ਆਂਦਾ। ਸੁਬਹ said the man was suspicious and would not like to see anyone else with him, ਤੇ ਸੁਬਹ ਨੇ ਕਿਹਾ ਜਿਸ ਬੰਦੇ ਤੋਂ ਮੈਂ ਚੌਲ ਲੈਣ ਜਾਣੇ ਨੇ ਉਹ ਬੰਦਾ ਥੋੜਾ ਜਿਹਾ ਸਸਪੀਸ਼ੀਅਸ ਹੈਗਾ ਜਾਂ ਸ਼ੱਕੀ ਕਿਸਮ ਦਾ ਹੈਗਾ ਤੇ ਕਿਸੇ ਹੋਰ ਨੂੰ ਆਪਣੇ ਨਾਲ ਦੇਖਣਾ ਜਾਂ ਮੇਰੇ ਨਾਲ ਦੇਖਣਾ ਪਸੰਦ ਨਹੀਂ ਕਰਦਾ, ਇਸੇ ਕਰਕੇ ਤੂੰ ਇੱਥੇ ਰੁਕ, ਮੈਂ ਸਮਾਨ ਲੈ ਕੇ ਆਇਆ ਕਿਸੇ ਹੋਰ ਬੰਦੇ ਤੋਂ। ਅਗਲਾ 9ਵਾਂ, where did Subhay go to get the rice? ਚੌਲ ਲੈਣ ਦੇ ਲਈ ਸੁਬਹ ਅਖੀਰਕਾਰ ਕਿੱਥੇ ਗਿਆ? Subhay went to his secret godown in the back street to get the rice. ਗਲੀ ਦੇ ਪਿੱਛੇ ਗਿਆ ਉਹ ਚੌਲ ਲੈਣ ਦੇ ਲਈ ਆਪਣੇ ਸੀਕ੍ਰੇਟ ਯਾਨੀ ਗੁਪਤ ਗੋਦਾਮ ਦੇ ਵਿੱਚ। 10ਵਾਂ, did the man wait for Subhay for long? How do you know? ਕੀ ਬੰਦੇ ਨੇ ਜ਼ਿਆਦਾ ਦੇਰ ਤੱਕ ਉਡੀਕ ਕੀਤੀ ਸੁਬਹ ਦੀ ਤੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਹਾਂ ਉਹਨੇ ਕਾਫੀ ਦੇਰ ਤੱਕ ਵੇਟ ਕੀਤੀ? ਆਨਸਰ ਹੈਗਾ yes, the man waited for Subhay for long. ਹਾਂ, ਆਦਮੀ ਨੇ ਸੁਬਹ ਦੀ ਲੰਬੇ ਸਮੇਂ ਤੱਕ ਇੰਤਜ਼ਾਰ ਕੀਤਾ। He waited till late into the night, ਮਤਲਬ ਜਦ ਰਾਤ ਵੀ ਹੋ ਗਈ ਉਹਨੇ ਉਹਦੀ ਉਡੀਕ ਕੀਤੀ। And finally went to his house, ਤੇ ਅਖੀਰਕਾਰ ਜਦੋਂ ਨਹੀਂ ਆਇਆ ਸੁਬਹ ਤਾਂ ਉਹਦੇ ਘਰ ਵੀ ਗਿਆ। By 6 in the morning, Subhay's wife led the man to the secret godown. ਤੇ 6 ਵਜੇ ਜਦ ਘਰ ਵਾਲੀ ਨੇ ਉਹਦੇ ਦਰਵਾਜ਼ਾ ਖੋਲਿਆ ਤੇ ਬੰਦਾ ਜਿਹੜਾ ਚੌਲ ਲੈਣ ਲਈ ਉੱਥੇ ਗਿਆ ਸੀ ਤਾਂ ਘਰ ਵਾਲੀ ਕਹਿੰਦੀ ਵੀ ਉਹ ਤਾਂ ਘਰ ਵੀ ਨਹੀਂ ਆਏ, ਤੇ ਫਿਰ ਘਰ ਵਾਲੀ ਉਹਨੂੰ ਲੈ ਕੇ ਉਸ ਰਸਤੇ ਪੈ ਗਈ ਜਿੱਥੇ ਸੀਕ੍ਰੇਟ ਜਾਂ ਗੁਪਤ ਗੋਡਾਊਨ ਹੈਗਾ। 11ਵਾਂ ਸਵਾਲ, where did the man go then? Where was he taken and by whom? ਉਸ ਤੋਂ ਬਾਅਦ ਬੰਦਾ ਕਿੱਥੇ ਗਿਆ ਤੇ ਉਹਨੂੰ ਕੌਣ ਲੈ ਕੇ ਗਿਆ?
The man went to Subhai's home. पहली गल जेड़ा बंदा सी चौल लैन आया सी वो सुबह दे घर गया. There Subhai's wife told him that he had not come home at all. ਤੇ ਉੱਥੇ ਸੁਬੇ ਦੀ ਪਤਨੀ ਨੇ ਉਹਨੂੰ ਦੱਸਿਆ ਵੀ ਉਹ ਤਾਂ ਮੇਰੇ ਕੋਲ ਘਰੇ ਆਈ ਹੀ ਨਹੀਂ ਬਿਲਕੁਲ ਵੀ. She then took him to Subhai's secret godown. ਤੇ ਫਿਰ ਉਸ ਤੋਂ ਬਾਅਦ ਉਹ ਦੋਨੋਂ ਸੁਬੇ ਦੇ ਜਿਹੜਾ ਗੁਪਤ ਵਾਲਾ ਗੋਡਾਊਨ ਸੀ ਉੱਥੇ ਚਲੇ ਗਏ. 12ਵਾਂ ਸਵਾਲ, How did Subhai die? ਸੁਬੇ ਦੀ ਮੌਤ ਕਿਵੇਂ ਹੋਈ? ਆਨਸਰ ਹੈਗਾ Subhai's godown had rice bags piled up from the floor to the ceiling. ਸੁਬੇ ਦਾ ਜਿਹੜਾ ਗੋਡਾਊਨ ਸੀ, ਦਫ਼ਤਰ ਸੀ, ਉਹਦੇ ਵਿੱਚ ਜਿਹੜੇ ਰਾਈਸ ਦੇ ਬੈਗ ਸੀ, ਚੌਲ ਦੇ ਬੈਗ ਸੀ, ਉਹ ਇੱਕ ਉੱਤੇ ਇੱਕ ਧਰੇ ਹੋਏ ਸੀ. ਫਰਸ਼ ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ ਉੱਤੇ ਛੱਤ ਤੱਕ ਲੱਦੇ ਹੋਏ ਸੀ. While taking out rice bags fell on him. ਜਦੋਂ ਚੌਲ ਕੱਢਣ ਜਾ ਰਿਹਾ ਸੀ ਤਾਂ ਉਹਦੇ ਉੱਤੇ ਜਿਹੜੇ ਚੌਲਾਂ ਦੇ ਬੈਗ ਸੀ ਉਹ ਸਾਰੇ ਦੇ ਸਾਰੇ ਡਿੱਗ ਗਏ. And he got buried under the pile. ਤੇ ਸਾਰੀ ਦੀ ਸਾਰੀ ਜਿਹੜੀ ਪਾਈਲ ਸੀ, ਢੇਰ ਸੀ, ਉਹਦੇ ਥੱਲੇ ਉਹ ਦਬ ਗਿਆ. ਅੱਗੇ 13ਵਾਂ ਸਵਾਲ, Take the qualities that Subhai possessed. ਇਹਨਾਂ ਵਿੱਚੋਂ ਕਿਹੜੀ ਕੁਆਲਿਟੀ ਸੀ, ਗੁਣ ਸੀ ਜਿਹੜੇ ਸੁਬੇ ਵਿੱਚ ਸੀ? ਸਭ ਤੋਂ ਪਹਿਲਾਂ ਇੱਥੇ ਹੈਗਾ a hard working man. ਕਿ ਸੁਬੇ ਇੱਕ ਮਿਹਨਤੀ ਇਨਸਾਨ ਸੀ, ਆਪਾਂ ਕਹਿ ਸਕਦੇ ਹਾਂ. ਮੈਂ ਇੱਥੇ ਆਨਸਰ ਲਿਖਿਆ hard working, ਮਿਹਨਤੀ. a cruel father, ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਜ਼ਾਲਮ ਪਿਤਾ ਨਹੀਂ, ਉਹਨੇ ਤਾਂ ਬੱਚਿਆਂ ਲਈ ਟਿਊਸ਼ਨ ਮਾਸਟਰ ਲਾਏ ਸੀ. a miser, ਕਹਿਣ ਦਾ ਮਤਲਬ ਇੱਕ ਇਨਸਾਨ ਜੋ ਬਹੁਤ ਜ਼ਿਆਦਾ ਕੰਜੂਸ ਹੋਏ. ਬਿਲਕੁਲ. an obedient son, ਕਿ ਉਹ ਆਪਣੇ ਪਿਤਾ ਜੀ ਦੀ ਗੱਲ ਮੰਨਦਾ ਸੀ. ਹਾਂ, ਮੰਨਦਾ ਹੀ ਸੀ ਆਪਾਂ ਕਹਿ ਸਕਦੇ, ਕਿਉਂਕਿ ਉਹ ਦੁਕਾਨ ਤੇ ਹੀ ਰਹਿੰਦਾ ਸੀ ਸਾਰਾ ਟਾਈਮ. a sympathetic shopkeeper, ਇੱਕ ਅਜਿਹਾ ਦੁਕਾਨਦਾਰ ਜੋ ਹਮਦਰਦ ਹੋਏ. ਬਿਲਕੁਲ ਵੀ ਨਹੀਂ. a religious man, ਰੱਬ ਦੇ ਵਿੱਚ ਮੰਨਦਾ ਸੀ, ਧਾਰਮਿਕ ਸੀ. an honest citizen, ਇਹ ਤਾਂ ਬਿਲਕੁਲ ਵੀ ਨਹੀਂ ਸੀ honest citizen. ਕਿਉਂਕਿ ਉਹ ਜਿਹੜੇ ਨਿਯਮ ਸਰਕਾਰ ਨੇ ਲਾਏ ਸੀ ਉਹਨਾਂ ਦਾ ਪਾਲਨ ਨਹੀਂ ਕਰਦਾ ਸੀ, ਸਗੋਂ ਚੀਟਿੰਗ ਕਰਦਾ ਸੀ ਉਹਦੇ ਵਿੱਚ. ਠੀਕ ਹੈ, ਤੇ ਇਹ ਗੱਲਾਂ ਸਾਰੀਆਂ ਹੈਗੀਆਂ ਨੇ ਆਨਸਰ ਦੇ ਵਿੱਚ. ਕਈ ਲੋਕ ਇਹ ਕਹਿੰਦੇ ਨੇ ਵੀ ਨਹੀਂ, ਓਬੀਡੀਐਂਟ ਨਹੀਂ ਸੀ ਉਹ. ਮੈਂ ਕਹਿ ਸਕਦੀ ਹਾਂ ਓਬੀਡੀਐਂਟ ਸੀਗਾ, ਕਿਉਂਕਿ ਪਾਪਾ ਜੇ ਕਹਿੰਦੇ ਸੀ ਦੁਕਾਨ ਤੇ ਬੈਠ, ਉਹਦੀ ਇੱਛਾ ਤਾਂ ਬਾਹਰ ਜਾਣ ਦੀ ਸੀਗੀ, ਪਰ ਫਿਰ ਵੀ ਉਹ ਰੁਕਦਾ ਤਾਂ ਸੀ ਨਾ, ਗੱਲ ਤਾਂ ਸੁਣਦਾ ਸੀ ਨਾ, ਭੱਜਦਾ ਨਹੀਂ ਨਾ ਜਾਂਦਾ ਸੀ. ਤੇ ਇਹ ਸੀਗੀ ਅੱਜ ਦੀ ਕਲਾਸ. ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ. ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਵੀ ਤੁਹਾਨੂੰ ਲੱਗਦਾ ਹੈ ਵੀ ਉਹ ਓਬੀਡੀਐਂਟ ਸੀਗਾ ਜਾਂ ਨਹੀਂ. ਆਪਾਂ ਫੇਰ ਮਿਲਾਂਗੇ. ਟਿਲ ਦੈਨ ਟੇਕ ਕੇਅਰ, ਬਾਏ ਬਾਏ.